हॉस्पिटल मेरा विच ही सी, रेजिडेंस विच ही सी। सो 1-2 घंटे मेरी एक पेशेंट आई, कहती मेरे देवर नूं तुहाडी मैम इंग्लिश अच्छी है, आइल्स करा दिओ। सो आई स्टार्टेड, रिजल्ट आए अच्छे। उन्हां तो फिर ये जर्नी कदी खत्म नहीं होने वाली जर्नी बन गई। 6-7 साल अपना मटीरियल इकट्ठा हो गया, फिर वो किताबां छाप दित्तियां। और क्वेश्चंस रिपीट होंगे, इस करके वो किताबां बच्चों लिए बहुत ज़्यादा यूजफुल है, बिकॉज वो बुक्स पढ़ के फिर उन्होंने वो चो ही क्वेश्चंस आ जाते हैं। सो डेफिनेटली उन्होंने एक बेनीफिट हो जाता है। अपडेट भी हर साल होंगे ने, नवा मैटर हर साल ऐड होंदा है, कई बारी साल तो पहले भी ऐड हो जाता है। रिटायरमेंट फ्रॉम माई मैडिकल फील्ड, हैविंग प्रैक्टिस 33 साल प्रैक्टिस की है। आई एम जस्ट परसुइंग माई हॉबी ऑफ टीचिंग and it is giving me some earning also, so definitely, and मेरी family ਦੀ support ਹੈ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਤੁਹਾਨੂੰ ਅਸੀਂ ਇੱਕ ਆਇਲਸ ਡਾਕਟਰ ਦੇ ਨਾਲ ਮਿਲਾਉਣ ਜਾ ਰਹੇ ਹਾਂ। ਲੇਡੀ ਡਾਕਟਰ ਇੱਕ ਸਾਡੇ ਨਾਲ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਡਾਕਟਰੀ ਦੇ ਨਾਲ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਕੰਮ ਕਰ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਕਰੇਜ਼ ਹੈ ਬਾਹਰ ਜਾਣ ਦਾ, ਵਲੈਤ ਜਾਣ ਦਾ, ਅਤੇ ਉਸ ਦੇ ਚਲਦੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ, ਮੁੰਡੇ ਕੁੜੀਆਂ ਨੇ, ਆਇਲਸ ਦੀ ਕੋਚਿੰਗ ਜਿਹੜੀ ਲੈਂਦੇ ਨੇ ਵੱਖ-ਵੱਖ ਥਾਵਾਂ 'ਤੇ। ਅਤੇ ਇਹ ਜਿਹੜੇ ਡਾਕਟਰ ਨੇ ਉਹ ਡਾਕਟਰ ਵੀ ਨੇ ਅਤੇ ਨਾਲ ਨਾਲ ਉਹ ਬੱਚਿਆਂ ਨੂੰ ਆਇਲਸ ਦੀ ਟ੍ਰੇਨਿੰਗ ਵੀ ਦੇ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਟ੍ਰੇਨਿੰਗ ਦੇ ਰਹੇ ਨੇ। ਅਤੇ ਇੰਸਟੀਚਿਊਟਸ ਦੇ ਵਿੱਚ ਜਿੱਥੇ ਬੱਚੇ ਜਿਹੜੇ ਹੁੰਦੇ ਨੇ ਕਾਫੀ ਫੀਸਾਂ ਭਰ ਕੇ ਟ੍ਰੇਨਿੰਗ ਲੈਂਦੇ ਨੇ, ਤਾਂ ਉੱਥੇ ਇਹਨਾਂ ਵੱਲੋਂ ਇੱਕ ਬੜਾ ਚੰਗਾ ਉਪਰਾਲਾ ਵੀ ਕੀਤਾ ਗਿਆ। ਜਿਹੜੀਆਂ ਸੁਪਰ 30 ਗਰਲਸ ਹੋਣਗੀਆਂ ਉਹਨਾਂ ਨੂੰ ਜਿਹੜੀ ਹੈ ਕੋਚਿੰਗ ਵੀ ਫ੍ਰੀ ਦਿੱਤੀ ਜਾਊਗੀ, ਕਿਤਾਬਾਂ ਵੀ ਉਹਨਾਂ ਨੂੰ ਫ੍ਰੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਸੋ ਕਿਸ ਤਰੀਕੇ ਦੇ ਨਾਲ ਮਦਦ ਕਰ ਰਹੇ ਨੇ ਅਤੇ ਕਿਵੇਂ ਦੋਵੇਂ ਚੀਜ਼ਾਂ ਮੈਨੇਜ ਕਰਦੇ ਨੇ, ਗੱਲਬਾਤ ਕਰਾਂਗੇ। ਡਾਕਟਰ ਕਿਰਨਪ੍ਰੀਤ ਕੌਰ ਮੱਕੜ ਸਾਡੇ ਨਾਲ ਮੌਜੂਦ ਨੇ। ਮੈਮ ਸਵਾਗਤ ਹੈ ਜੀ ਪਹਿਲਾਂ ਤਾਂ। ਥੈਂਕ ਯੂ ਫॉर ਹੈਵਿੰਗ ਮੀ ਹੇਅਰ। ਅਤੇ ਪਹਿਲਾਂ ਤਾਂ ਮੈਮ ਤੁਸੀਂ ਆਪਣੇ ਸਫ਼ਰ ਬਾਰੇ ਦੱਸੋ ਜੀ, ਕਿਵੇਂ ਸ਼ੁਰੂ ਕੀਤਾ ਅਤੇ ਦੋਵੇਂ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਇਹ ਮੈਨੇਜ ਕਿਵੇਂ ਕਰਦੇ ਹੋ? ਮੈਨੇਜਮੈਂਟ ਬਿਲਕੁਲ ਔਖੀ ਨਹੀਂ ਸੀ, ਬਿਕੋਜ਼ ਜਦੋਂ ਮੈਂ ਸੈਕਿੰਡ ਕੰਮ ਸ਼ੁਰੂ ਕੀਤਾ ਆਪਣੀ ਹੌਬੀ ਨੂੰ ਫੁਲਫਿਲ ਕਰਨ ਦਾ, ਟੀਚਿੰਗ ਦੀ, ਘਰ 'ਚ ਐਜੂਕੇਸ਼ਨ ਸੀ, ਪੇਰੈਂਟਸ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ 'ਚ ਸੀ ਅਤੇ ਬੱਚੇ ਦੋਨੋਂ ਮੇਰੇ ਜਦੋਂ ਬਾਹਰ ਪੜ੍ਹਨ ਚਲੇ ਗਏ, ਮੇਰੇ ਕੋਲ ਟਾਈਮ ਸੀ ਮੇਰੇ ਹੱਥਾਂ 'ਚ, ਮੇਰੇ ਹੌਸਪੀਟਲ ਮੇਰਾ ਵਿੱਚ ਹੀ ਸੀ, ਰੈਜ਼ੀਡੈਂਸ ਵਿੱਚ ਹੀ ਸੀ। ਸੋ 1-2 ਘੰਟੇ ਮੇਰੀ ਇੱਕ ਪੇਸ਼ੈਂਟ ਆਈ, ਕਹਿੰਦੀ ਮੇਰੇ ਦੇਵਰ ਨੂੰ ਤੁਹਾਡੀ ਮੈਮ ਇੰਗਲਿਸ਼ ਅੱਛੀ ਹੈ, ਆਇਲਸ ਕਰਾ ਦਿਓ। ਸੋ ਆਈ ਸਟਾਰਟਿਡ, ਅਤੇ ਉਹ 2 ਬੱਚੇ ਹੀ ਰਹੇ ਮੇਰੇ ਕੋਲ 3-4 ਮਹੀਨੇ। ਉਹਨਾਂ ਦਾ ਐਗਜ਼ਾਮ ਹੋਇਆ, ਉਹਨਾਂ ਦੇ ਰਿਜ਼ਲਟ ਆਏ ਅੱਛੇ। ਉਹਨਾਂ ਤੋਂ ਫਿਰ ਇਹ ਜਰਨੀ ਕਦੀ ਖਤਮ ਨਹੀਂ ਹੋਣ ਵਾਲੀ ਜਰਨੀ ਬਣ ਗਈ। ਸੋ ਉਹ ਦ ਮੋਮੈਂਟ ਦੇ ਟੁੱਕ ਦੇਅਰ ਐਗਜ਼ਾਮ, ਅਗਲੇ ਮਹੀਨੇ ਹੀ ਅਰਾਊਂਡ 18 to 20 ਚਿਲਡਰਨ ਮੇਰੇ ਕੋਲ ਹੋਰ ਆ ਗਏ। ਛੋਟਾ ਟਾਊਨ ਸੀ, ਥੋੜ੍ਹੇ ਜਣੇ ਸੀ ਆਇਲਸ ਦੀ ਕੋਚਿੰਗ ਵਾਲੇ ਉਹਨਾਂ ਦਿਨਾਂ 'ਚ। ਸੋ ਮੈਨੂੰ ਬੱਚੇ ਮਿਲੇ, ਉਹਨਾਂ ਦੇ ਰਿਜ਼ਲਟਸ, ਉਹਨਾਂ ਨਾਲ ਮੈਨੂੰ ਵੀ ਇੰਜੋਇਮੈਂਟ ਹੋਈ। ਸੋ ਇਹ ਕੰਮ ਫਿਰ ਵੱਧਦਾ ਗਿਆ। ਫਿਰ ਉਹਨਾਂ ਦੇ ਐਗਜ਼ਾਮਸ ਹੁੰਦੇ ਸੀ, ਉਹਨਾਂ ਦੇ ਕੁਐਸਚਨਸ ਲਿਖਦੀ ਸੀ, ਉਹ ਜੋ ਮਿਲਦਾ ਸੀ ਉਹਨਾਂ ਨੂੰ ਉਹਨਾਂ ਤੋਂ ਲਿਖਵਾਉਂਦੀ ਸੀ, ਗ੍ਰਾਫ ਡਰਾ ਕਰਵਾਉਂਦੀ ਸੀ। 6-7 ਸਾਲਾਂ 'ਚ ਆਪਣਾ ਮਟੀਰੀਅਲ ਇਕੱਠਾ ਹੋ ਗਿਆ, ਫਿਰ ਉਹਦੀਆਂ ਕਿਤਾਬਾਂ ਛਾਪ ਦਿੱਤੀਆਂ। ਉਹ ਕਿਤਾਬਾਂ 'ਚੋਂ ਇਹਨਾਂ ਨੂੰ ਬੱਚਿਆਂ ਨੂੰ ਰਿਪੀਟ ਹੁੰਦੇ ਕੁਐਸਚਨਸ, ਅਤੇ ਉਹ ਕਿਤਾਬਾਂ ਅਪਡੇਟ ਹਰ ਸਾਲ ਹੁਣ ਤੱਕ ਹੋ ਰਹੀਆਂ। ਔਰ ਕੁਐਸਚਨਸ ਰਿਪੀਟ ਹੁੰਦੇ, ਇਸ ਕਰਕੇ ਉਹ ਕਿਤਾਬਾਂ ਬੱਚਿਆਂ ਲਈ ਬਹੁਤ ਜ਼ਿਆਦਾ ਯੂਜ਼ਫੁਲ ਹੈ, ਬਿਕੋਜ਼ ਉਹ ਬੁੱਕਸ ਪੜ੍ਹ ਕੇ ਫਿਰ ਉਹਨਾਂ ਨੂੰ ਉਹਦੇ 'ਚੋਂ ਹੀ ਕੁਐਸਚਨਸ ਆ ਜਾਂਦੇ। ਸੋ ਡੈਫੀਨੇਟਲੀ ਉਹਨਾਂ ਲਈ ਇੱਕ ਬੈਨੀਫਿਟ ਹੋ ਜਾਂਦਾ। ਇਹ ਕਿਤਾਬਾਂ ਜਿਹੜੀਆਂ ਪਈਆਂ ਸਾਡੇ ਸਾਹਮਣੇ ਅਸੀਂ ਦੇਖ ਰਹੇ ਹਾਂ, ਇਹ ਕਿੰਨੇ ਟਾਈਮ ਦੇ ਵਿੱਚ ਤੁਸੀਂ ਲਿਖੀਆਂ? ਅਤੇ ਇਹ ਸਾਨੂੰ ਪਤਾ ਲੱਗਿਆ ਸੀ ਵੀ ਹੋਰ ਇੰਸਟੀਚਿਊਟਸ ਵੀ ਇਹਨਾਂ ਬੁੱਕਸ ਨੂੰ ਹੀ ਫੋਲੋ ਕਰ ਰਹੇ ਨੇ, ਉਹ ਵੀ ਰਿਕਮੈਂਡ ਕਰਦੇ ਨੇ ਬੱਚਿਆਂ ਨੂੰ। ਇਹ ਕਿਤਾਬਾਂ ਤਾਂ ਬਹੁਤ ਸਾਲਾਂ ਵਿੱਚ ਲਿਖੀਆਂ। ਇਹ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਸੀ ਮੈਂ 2007-8 'ਚ, ਔਰ ਪਹਿਲੀ ਬੁੱਕ ਜਿਹੜੀ ਸੀ ਉਹ ਮੇਰੀ 2012 ਵਿੱਚ ਸ਼ਾਇਦ ਨਿਕਲੀ ਸੀ, ਐਸੇਜ਼ ਦੀ ਬੁੱਕ ਸੀ। ਉਹਦੇ ਬਾਅਦ ਉਹ ਬੁੱਕ ਸਕਸੈਸਫੁਲ ਹੋਈ, ਫਿਰ ਹੋਰ ਲਿਖੀਆਂ, ਗ੍ਰਾਫਸ ਦੀ ਬੁੱਕ ਨਿਕਲ ਆਈ। ਉਹਦੇ ਬਾਅਦ ਫਿਰ ਰੀਡਿੰਗ ਦੇ ਪੈਸੇਜਿਸ ਦੀ ਬੁੱਕ ਕੱਢੀਆਂ, ਫਿਰ ਸਪੀਕਿੰਗ ਦੀ ਬੁੱਕ ਲਿਖੀ। ਉਹ ਫਿਰ ਹੌਲੀ ਹੌਲੀ ਹੁਣ ਪਿਛਲੇ ਸਾਲ ਆਈਡੀਆਜ਼ ਦੀ ਬੁੱਕ ਇੱਕ ਕੱਢੀ ਹੈ ਨਵੀਂ। ਬਸ ਇਸ ਤਰ੍ਹਾਂ ਬੁੱਕਸ ਹੈ। ਅਪਡੇਟ ਵੀ ਹਰ ਸਾਲ ਹੁੰਦੀਆਂ ਨੇ, ਨਵਾਂ ਮੈਟਰ ਹਰ ਸਾਲ ਐਡ ਹੁੰਦਾ ਹੈ, ਕਈ ਵਾਰੀ ਸਾਲ ਤੋਂ ਪਹਿਲੇ ਵੀ ਐਡ ਹੋ ਜਾਂਦਾ। ਸੋ ਅਪਡੇਟ ਹੁੰਦਾ ਰਹਿੰਦਾ, ਜਿੱਦਾਂ ਜਿੱਦਾਂ ਬੱਚੇ ਸ਼ੇਅਰ ਕਰਦੇ ਕੁਐਸਚਨਸ, ਉਹਨਾਂ ਤੋਂ ਬੁੱਕਸ ਬਣਦੀਆਂ। ਇਹਦੇ 'ਚ ਕੋਈ ਮਟੀਰੀਅਲ ਇੱਦਾਂ ਦਾ ਨਹੀਂ ਹੈ ਜੋ ਮੈਂ ਕਿਤੋਂ ਲਿਆ ਹੋਏ। ਦਿਸ ਇਜ਼ ਆਲ ਆਪਣਾ ਇਕੱਠਾ ਕੀਤਾ ਹੋਇਆ ਮਟੀਰੀਅਲ। ਉਹਦੇ 'ਤੇ ਖੁਦ ਐਸੇ ਲਿਖੇ ਹੈ, ਖੁਦ ਗ੍ਰਾਫ ਲਿਖੇ ਹੈ, ਸੈਂਪਲ ਬਣਾਏ ਹੈ। ਵੀਕ ਬੱਚਿਆਂ ਲਈ ਬਿਲਕੁਲ ਸਿੰਪਲ ਇੰਗਲਿਸ਼ ਵਿੱਚ ਬੁੱਕਸ ਹੈ। ਦੈਟ ਇਜ਼ ਵਾਈ ਪੋਪੂਲਰ ਹੋ ਰਹੀ ਹੈ, ਬਿਕੋਜ਼ ਹਰ ਬੱਚਾ ਇਹਨੂੰ ਸਮਝ ਪਾ ਰਿਹਾ ਹੈ ਜੋ ਇਹ 'ਚ ਹੈ।
that is it. ਤੇ ਮੈਮ ਇੱਕ ਕਿਉਂਕਿ ਤੁਸੀਂ MBBS ਡਾਕਟਰ ਹੋ ਤੇ ਹਸਪੀਟਲ ਬਾਰੇ ਵੀ ਦੱਸੋ, ਤੁਸੀਂ ਕਿੱਥੇ ਹਸਪੀਟਲ ਹੈਗਾ ਤੇ ਕਿੰਨਾ ਟਾਈਮ ਉੱਥੇ ਰਹਿੰਦੇ ਹੋ, ਉਸ ਤੋਂ ਬਾਅਦ ਫਿਰ ਇਹ ਜਿਹੜਾ ਕੋਚਿੰਗ ਦੇਣ ਵਾਲਾ ਜਿਹੜਾ ਹੈਗਾ ਇਹ ਕਦੋਂ ਕਰਦੇ ਹੋ ਕੰਮ? ਹਸਪੀਟਲ ਫਗਵਾੜੇ ਵਿੱਚ ਹੈ ਮੇਰਾ। 85 ਵਿੱਚ ਹਸਪੀਟਲ ਸ਼ੁਰੂ ਕੀਤਾ ਸੀ ਔਰ ਕੋਵਿਡ ਟਾਈਮ ਤੱਕ ਮੈਂ ਹਸਪੀਟਲ ਵੀ ਤੇ ਇਹ ਵੀ ਕੰਮ ਨਾਲ ਕਰ ਰਹੀ ਸੀ। ਫਿਰ ਕੋਵਿਡ ਵਿੱਚ ਇੱਕਦਮ ਹਸਪੀਟਲ ਹੌਲੀ ਉੱਥੇ ਫਿਰ ਜਾਣਾ ਘੱਟ ਹੋਇਆ। ਬੱਚੇ ਵੀ ਉਦੋਂ ਥੋੜ੍ਹਾ ਰਿਲੈਕਸੇਸ਼ਨ ਮਿਲੀ ਐਂਡ ਮੈਂ ਡਿਸਾਈਡ ਕੀਤਾ ਕਿ ਹੁਣ ਇੱਕ ਕੰਮ ਤੋਂ ਰਿਟਾਇਰਮੈਂਟ ਲੈਣੀ ਹੈ। ਸੋ ਆਈ ਟੁਕ ਰਿਟਾਇਰਮੈਂਟ ਫਰੋਮ ਮਾਈ ਮੈਡੀਕਲ ਫੀਲਡ ਹੈਵਿੰਗ ਪ੍ਰੈਕਟਿਸ 33 ਸਾਲ ਪ੍ਰੈਕਟਿਸ ਕੀਤੀ ਹੈ ਐਂਡ ਆਈ ਥਿੰਕ 33 years is good enough time for anybody to take a retirement from a certain thing and this is my hobby, so ਇਹਦੇ ਤੋਂ ਰਿਟਾਇਰਮੈਂਟ ਦੀ ਕੋਈ ਉਹ ਹੈ ਹੀ ਨਹੀਂ ਗੱਲ। I am just pursuing my hobby of teaching and it is giving me some earning also, so definitely, and meri family di support hai. My brother is supporting me, my husband, my son, my daughter, my brother-in-laws, my sister-in-laws, my nephew, he is in this, so all are supporting me, so it's growing as a family. ਪੂਰੀ ਫੈਮਿਲੀ ਜਿਵੇਂ ਤੁਹਾਡੀ ਇਨਵੋਲਵਡ ਹੈ ਹੁਣ, ਕਿਉਂਕਿ ਤੁਸੀਂ ਵੱਖ-ਵੱਖ ਥਾਵਾਂ ਤੇ ਟਰਾਈ ਸਿਟੀ ਦੀ ਗੱਲ ਕਰੀਏ, ਤੁਹਾਡੇ ਚੱਲ ਰਹੇ ਨੇ ਇੰਸਟੀਚਿਊਟਸ, ਤਾਂ ਉਹ ਕਿਵੇਂ ਇਨਵੋਲਵ ਹੋਏ ਸਾਰੇ, ਕਿਵੇਂ ਇੱਕਦਮ ਸਾਰਿਆਂ ਦੇ ਦਿਮਾਗ 'ਚ ਆਇਆ? ਉਹ ਹੌਲੀ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਥੋੜ੍ਹਾ ਸਕਸੈਸਫੁਲ ਹੋ ਰਹੇ ਨੇ, ਇਹਨਾਂ ਦੇ ਬੱਚਿਆਂ ਦੀ ਸਟਰੈਂਥ ਵੱਧ ਰਹੀ ਹੈ, ਉਹਨਾਂ ਨੂੰ ਲੱਗਿਆ ਮੈਨੂੰ ਲੋੜ ਹੈ। ਸੋ ਮੈਂ ਇਹਨਾਂ ਨੂੰ ਪੁੱਛਿਆ ਵੀ ਜੁਆਇਨ ਕਰੋ ਮੈਨੂੰ, ਤੋ ਇੱਕ ਕਰਕੇ ਸਭ ਜੁਆਇਨ ਕਰਦੇ ਰਹੇ। ਉਹਨਾਂ ਨੂੰ ਵੀ ਕੁਝ ਰਿਟਰਨਸ ਮਿਲਦੇ ਰਹੇ, ਤੋ ਡੈਫੀਨੇਟਲੀ ਉਹਨਾਂ ਦਾ ਵੀ ਇਨਸੈਂਟਿਵ ਬਣਦਾ ਰਿਹਾ ਅੱਗੇ ਨਾਲ ਜੁੜੇ ਰਹਿਣ ਦਾ। ਸੋ ਬੁੱਕਸ ਵਿੱਚ ਵੀ ਉਹਨਾਂ ਦੀ ਹੈਲਪ ਸੀ, ਔਨਲਾਈਨ ਪ੍ਰੈਜ਼ੈਂਸ ਵਿੱਚ ਮੇਰੇ ਬ੍ਰਦਰ ਇਨ ਲਾ, ਮੇਰੀ ਨਨਾਣ ਹੈ, ਉਹਦੇ ਬੇਟੇ ਦਾ ਬੜਾ ਹੱਥ ਹੈ, ਉਹਨੇ ਮੈਨੂੰ ਕਾਫੀ ਸਪੋਰਟ ਕੀਤਾ ਔਰ ਮੇਰੇ ਬ੍ਰਦਰ ਦਾ ਬੜਾ ਹੱਥ ਹੈ ਬਿਕੋਜ਼ ਹੀ ਇਜ਼ ਪ੍ਰਮੋਟਿੰਗ। ਮੈਂ ਕਦੀ ਐਡਵਰਟੀਜ਼ਮੈਂਟ ਅੱਜ ਤੱਕ ਕਦੀ ਕੀਤੀ ਨਹੀਂ ਸੀਗੀ, ਬਟ ਇਟ ਇਜ਼ ਬਿਕੋਜ਼ ਆਫ ਹਿਮ ਦੈਟ ਨਾਓ, ਬਿਕੋਜ਼ ਅੱਜ ਦੀ ਨੀਡ ਹੈ, ਇਟਸ ਟੂਡੇਜ਼ ਨੀਡ ਕਿ ਆਪਣੀ ਪ੍ਰੈਜ਼ੈਂਸ ਬਣਾਈ ਜਾਏ ਥਰੂ ਐਵਰੀ ਫੀਲਡ, ਥਰੂ ਐਨੀ ਫੀਲਡ, ਕਿਉਂਕਿ ਅੱਛਾ ਕੰਮ ਤਾਂ ਕਈ ਲੋਕ ਕਰ ਰਹੇ ਹੈ। ਇਹ ਵੀ ਦੱਸੋ ਵੀ ਵੱਖਰਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਕੋਚਿੰਗ ਦਿੰਦੇ ਹੋ, ਕਿਉਂਕਿ ਅੱਜ ਕੱਲ੍ਹ ਹਰ ਜਗ੍ਹਾ ਤੇ ਇੰਸਟੀਚਿਊਟਸ ਖੁੱਲ੍ਹੇ ਹੋਏ ਨੇ, ਬੱਚਿਆਂ ਕੋਲੇ ਬਹੁਤ ਆਪਸ਼ਨਸ ਹੁੰਦੇ ਨੇ। ਤੁਸੀਂ ਸ਼ੁਰੂ ਤੋਂ ਤੁਸੀਂ ਦੇਖ ਵੀ ਰਹੇ ਹੋਗੇ ਸਾਰਾ ਚੀਜ਼ ਨੂੰ, ਜਿਸ ਹਿਸਾਬ ਨਾਲ ਮਾਰਕੀਟ ਦੇ ਵਿੱਚ ਜੋ ਕੁਛ ਹੁੰਦਾ ਸੀਗਾ, ਅਤੇ ਤੁਸੀਂ ਡਿਫਰੈਂਟ ਕਿਸ ਤਰੀਕੇ ਦੇ ਨਾਲ ਕੋਚਿੰਗ ਦਿੰਦੇ ਹੋ ਕਿ ਘੱਟ ਤੋਂ ਘੱਟ ਟਾਈਮ ਦੇ ਵਿੱਚ ਜਿਹੜੇ ਬੱਚੇ ਨੇ ਉਹ ਜਿਹੜੇ ਐਗਜ਼ਾਮ ਹੁੰਦਾ ਉਹ ਆਪਣਾ ਚੰਗੇ ਬੈਂਡ ਲੈ ਸਕਦੇ? ਮੈਂ ਕਿਸੇ ਸਾਰੇ ਸੈਂਟਰਸ ਆਪਣਾ ਅੱਛਾ ਕੰਮ ਕਰ ਰਹੇ, ਪਰ ਬੇਸਿਕਲੀ ਮੈਂ ਦੇਖਿਆ ਜਿੱਥੇ ਬਹੁਤ ਜ਼ਿਆਦਾ ਸਟੂਡੈਂਟਸ ਹੈ ਕਈ ਸੈਂਟਰਸ ਵਿੱਚ, ਉੱਥੇ ਕਈ ਸਟੂਡੈਂਟਸ ਜਿੱਦਾਂ ਘਰੋਂ ਸਿਰਫ ਨਿਕਲਣ ਲਈ ਬਾਹਰ ਆਉਂਦੇ ਹੈ, ਪੜ੍ਹਨ ਲਈ ਨਹੀਂ ਆਉਂਦੇ। ਉੱਦਾਂ ਦਾ ਸਟਾਫ ਜਿਹੜਾ ਉਹ ਮੇਰੇ ਸੈਂਟਰ ਵਿੱਚ ਮੇਰਾ ਇੱਕ ਖਾਸ ਹੈ ਕਿ ਕੋਈ ਬੱਚਾ ਨਹੀਂ ਆਇਆ, ਉਹਦੇ ਪੇਰੈਂਟਸ ਨੂੰ ਫੋਨ ਚਲਾ ਜਾਂਦਾ ਹੈ ਔਰ ਜੋ ਬੱਚੇ ਆਉਂਦਾ ਉਹਨੂੰ ਮਿਹਨਤ ਕਰਾਈ ਦੀ ਹੈ। ਦੈਟ ਮੈਂ ਕਿਸੇ ਹੋਰ ਨਾਲ ਕੋਈ ਕੰਪੈਰੀਜ਼ਨ ਕਦੀ ਨਾ ਕੀਤਾ ਹੈ, ਨਾ ਮੈਂ ਹੁਣ ਵੀ ਕਰਨਾ ਚਾਹਾਂਗੀ। ਬਸ ਜੋ ਬੱਚਾ ਸਾਡੇ ਕੋਲ ਆਉਂਦਾ ਉਹਨੂੰ ਮਿਹਨਤ ਕਰਾਉਣ ਦਾ ਸਾਡਾ ਹੈਗਾ ਕਿ ਅਸੀਂ ਉਹਨੂੰ ਹਾਰਡ ਵਰਕ ਕਰਾਈਏ। ਉਹਨੂੰ ਅਗਰ ਉਹਦੇ ਬੇਸਿਕਸ ਵੀਕ ਹੈ, ਉਹਨੂੰ ਬੇਸਿਕਸ ਤੋਂ ਸ਼ੁਰੂ ਕਰਾ ਦਈਦਾ ਹੈ। ਕਈ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਬਿਲਕੁਲ ਬਹੁਤ ਬੇਸਿਕਸ ਦੇ ਸੀ, ਉਹਨਾਂ ਨੇ 4-4 ਮਹੀਨੇ 6-6 ਮਹੀਨੇ ਵੀ ਲਗਾਏ, ਪਰ ਅਲਟੀਮੇਟਲੀ ਐਗਜ਼ਾਮ ਦਵਾ ਕੇ ਬੈਂਡ ਦਵਾ ਕੇ ਉਹਨਾਂ ਨੂੰ ਬਾਹਰ ਭੇਜਣ ਵਿੱਚ ਹੈਲਪ ਕੀਤੀ ਹੈ। ਸੋ ਦੈਟ ਇਜ਼ ਹਾਊ ਇਟ, ਨੋ ਕੰਪੈਰੀਜ਼ਨ ਵਿਦ ਐਨੀਵਨ। ਕਿਹੜਾ ਸੁਪਰ 30 ਗਰਲਸ ਨੂੰ ਫ੍ਰੀ ਕੋਚਿੰਗ ਦੇਣ ਦਾ ਤੁਸੀਂ ਫੈਸਲਾ ਲਿਆ, ਉਹ ਦੱਸੋ ਜੀ, ਉਹ ਕਿਵੇਂ ਤੁਹਾਡੇ ਦਿਮਾਗ 'ਚ ਆਇਆ, ਅਤੇ ਉਹ ਕਿਹੜੀਆਂ 30 ਬੱਚੀਆਂ ਹੋਣਗੀਆਂ? 30 ਬੱਚੇ ਜਿਹੜੇ ਕਿ ਖੁਦ ਨਹੀਂ ਬੱਚੀਆਂ ਅਫੋਰਡ ਕਰ ਸਕਦੀਆਂ ਆਇਲਟਸ ਦੀ ਫੀਸ, ਆਇਲਟਸ ਦੀ ਜਿਹੜੀ ਹੈ ਕੋਚਿੰਗ ਦੀ ਫੀਸ, ਔਰ ਉਹਨਾਂ ਲਈ ਸੁਪਨਾ ਹੈ ਕਿ ਆਇਲਟਸ ਦਾ ਪੇਪਰ ਦੇਣਾ ਹੈ। ਬੇਸਿਕਲੀ ਮੈਂ ਨੋਟ ਕੀਤਾ ਓਵਰ ਦ ਈਅਰਸ ਕਿ ਜਦੋਂ ਕੁੜੀਆਂ ਆਇਲਟਸ ਕਰਦੀਆਂ, ਪੇਰੈਂਟਸ ਉਹਨਾਂ ਨੂੰ ਪਿੰਡਾਂ ਦੇ ਇੰਟੀਰੀਅਰਸ ਵਿੱਚੋਂ ਵੀ ਭੇਜਦੇ ਨੇ ਆਇਲਟਸ ਕਰਨ। ਅਗਰ ਲੜਕੀ ਦੇ ਬੈਂਡ ਅੱਛੇ ਆ ਜਾਂਦੇ ਨੇ ਤਾਂ ਉਹ ਲੜਕੀ ਆਪਣੇ ਪੇਰੈਂਟਸ ਲਈ ਲੜਕੀ ਨਹੀਂ ਬੇਟਾ ਬਣ ਜਾਂਦੀ ਹੈ, ਬਿਕੋਜ਼ ਉਹਦਾ ਸਾਰਾ ਵਿਆਹ ਦਾ ਖਰਚਾ ਐਵਰੀਥਿੰਗ ਜ਼ੀਰੋ ਹੋ ਜਾਂਦਾ ਉਹਨਾਂ ਲਈ, ਔਰ ਦੈਟ ਇਜ਼ ਅ ਬਿਗ ਥਿੰਗ, ਦੈਟਸ ਅ ਬਿਗ ਥਿੰਗ। ਦੈਟ ਇਜ਼ ਵਾਈ ਗਰਲਸ ਨੂੰ ਸਪੋਰਟ ਕਰਨ ਨਾਲ ਆਈ ਥਿੰਕ ਜ਼ਿਆਦਾ ਫਾਇਦਾ ਹੈ ਸਪੋਰਟ ਕਰਨ ਦਾ। ਇੱਕ ਸਾਨੂੰ ਇਹ ਵੀ ਪਤਾ ਲੱਗਿਆ ਸੀ ਵੀ ਤੁਹਾਡੇ ਜਿਹੜੇ ਬੇਟੇ ਨੇ ਉਹ ਵੀ ਬਾਹਰੋਂ ਇੱਥੇ ਵਾਪਸ ਆ ਗਏ, ਬੜਾ ਉਹਨਾਂ ਨੇ ਚੰਗੀ ਪੜ੍ਹਾਈ ਕੀਤੀ, ਚੰਗੀ ਯੂਨੀਵਰਸਿਟੀ ਦੇ ਵਿੱਚ, ਅਤੇ ਤੁਹਾਡੇ ਨਾਲ ਤੁਹਾਡੀ ਹੈਲਪ ਕਰ ਰਹੇ ਨੇ, ਉਹਨਾਂ ਬਾਰੇ ਵੀ ਦੱਸੋ। ਬੇਸਿਕਲੀ ਉਹਦੀ ਨੇਚਰ ਵੀ ਇੱਦਾਂ ਦੀ ਹੈ ਕਿ ਉਹ ਹੀ ਇਜ਼ ਵੈਰੀ ਗੁੱਡ ਟੀਚਰ, ਅਤੇ ਉਹ ਮੈਂ ਜਦੋਂ ਬਾਹਰੋਂ ਪੜ੍ਹ ਕੇ ਆਇਆ ਡੂਅਲ ਮਾਸਟਰਸ ਕਰਕੇ ਆਪਣੀ ਇੰਡਸਟਰੀਅਲ ਇੰਜੀਨੀਅਰਿੰਗ ਦੀ ਪੈਨ ਸਟੇਟ ਤੋਂ, ਮੈਨੂੰ 3-4 ਮਹੀਨੇ ਲਈ ਬੇਟੀ ਕੋਲ ਬਾਹਰ ਜਾਣਾ ਪੈ ਗਿਆ ਅਤੇ ਮੈਂ ਸਟੂਡੈਂਟਸ ਉਹਨੂੰ ਦੇ ਗਈ। ਸੋ ਬਾਏ ਦਾ ਟਾਈਮ ਮੈਂ ਵਾਪਸ ਆਈ, ਉਹ ਮੈਨੂੰ ਕਹਿੰਦਾ ਕਿ ਮਾਮਾ ਮੈਂ ਹੀ ਕਰਨਾ ਹੈ, ਉਹ ਮੇਰੇ ਨਾਲ ਹੀ ਹੈ ਇੱਥੇ, ਇਫ ਯੂ ਅਲਾਓ ਮੀ ਆਈ ਕੈਨ ਕਾਲ ਹਿਮ ਹੇਅਰ। ਸੋ ਹੀ ਡਿਸਾਈਡਡ, ਅਤੇ ਨਾਲ ਬੁੱਕਸ ਵਿੱਚ ਉਹਨੇ ਮੇਰੀ ਬੜੀ ਹੈਲਪ ਕੀਤੀ ਹੈ। ਬੁੱਕਸ ਜਿਹੜੀਆਂ ਅਸੀਂ ਐਕਸਪੈਂਡ ਕੀਤੀਆਂ, ਲਿਖੀਆਂ, ਪੂਰਾ ਮੈਟਰ ਕੰਟੈਂਟ ਇਹਨੇ ਰੀਡਿਵੈਲਪ ਕੀਤਾ ਬੁੱਕਸ ਦਾ, ਅਤੇ ਉਹ ਪੂਰੀਆਂ ਬੁੱਕਸ ਹੁਣ ਇਸ ਟਾਈਮ ਬੁੱਕਸ ਦੀ ਕੁਆਲਿਟੀ ਬਹੁਤ ਅੱਛੀ ਹੈ।
ਤੁਸੀਂ ਦੱਸੋ ਜੀ ਆਪਣੇ ਬਾਰੇ, ਕੀ ਨਾਮ ਹੈ ਤੇ ਜਿਹੜੀ ਤੁਸੀਂ ਪੜ੍ਹਾਈ ਕੀਤੀ ਕਿੱਥੋਂ ਕੀਤੀ ਤੇ ਅੱਜ ਜੋ ਕਰ ਰਹੇ ਹੋ ਕਿਵੇਂ ਦਾ ਲੱਗਦਾ ਹੈ? ਮੈਂ ਪਹਿਲਾਂ ਤਾਂ ਇੰਜੀਨੀਅਰਿੰਗ ਕੀਤੀ ਹੈ ਬਿਟਸ ਪਿਲਾਨੀ ਤੋਂ, ਅਤੇ ਉਹਦੇ ਬਾਅਦ ਮੈਂ ਬਾਹਰ ਗਿਆ ਅਮਰੀਕਾ, ਅਤੇ ਉੱਥੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਦੀ ਯੂਨੀਵਰਸਿਟੀ ਹੈ, ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ, ਉੱਥੋਂ ਮੈਂ ਆਪਣੀ ਮਾਸਟਰਸ ਕੀਤੀ। ਅਤੇ ਹੁਣ ਮੈਂ ਬਸ 2013 ਵਿੱਚ ਮੈਂ ਵਾਪਸ ਆਇਆ ਸੀ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਬੱਚਿਆਂ ਨੂੰ ਪੜ੍ਹਾਉਣਾ, ਅਤੇ ਬਸ। ਅੱਛਾ, ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਵੀ ਤੁਸੀਂ ਉੱਥੋਂ ਪੜ੍ਹ ਲਿਖ ਕੇ ਤੁਸੀਂ ਵਾਪਸ ਆ ਗਏ ਅਤੇ ਜਿਹੜਾ ਜੋ ਅੱਜ ਕੱਲ੍ਹ ਕਰੇਜ਼ ਹੈ, ਜਿਹੜੇ ਇੱਥੇ ਸਟੂਡੈਂਟਸ ਆਉਂਦੇ ਹੋਣਗੇ, ਇੰਨਾ ਕਰੇਜ਼ ਆ ਇੱਥੋਂ ਛੱਡ ਕੇ ਜਾਣਾ, ਬਾਹਰ ਜਾਣਾ, ਅਤੇ ਤੁਸੀਂ ਉਹ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਹੋ, ਤੁਸੀਂ ਉਹ ਵੇਖ ਕੇ ਮਾਹੌਲ ਵਾਪਸ ਆਏ ਹੋ, ਅਤੇ ਉਦੋਂ ਤੁਹਾਡੇ ਦਿਮਾਗ 'ਚ ਕੀ ਆਉਂਦਾ? ਨਹੀਂ, ਮੈਨੂੰ ਲੱਗਦਾ ਜਿਸ ਵੀ ਕੰਮ ਵਿੱਚ ਖੁਸ਼ੀ ਹੈ ਨਾ, ਅਤੇ ਰਿਗਰੈਟ ਮੈਨੂੰ ਇਸ ਲਈ ਨਹੀਂ ਕਿ ਮੈਂ ਖੁਸ਼ ਹਾਂ ਲਾਈਫ ਵਿੱਚ, ਕਦੇ ਨਹੀਂ ਹੋਇਆ ਰਿਗਰੈਟ, ਬਿਕੋਜ਼ ਮੈਨੂੰ ਪੜ੍ਹਾਉਣਾ ਬੜਾ ਚੰਗਾ ਲੱਗਦਾ ਹੈ, ਅਤੇ ਮੈਨੂੰ ਮਜ਼ਾ ਆਉਂਦਾ ਪੜ੍ਹਾ ਕੇ, ਅਤੇ ਬੱਚਿਆਂ ਨੂੰ ਜੋ ਸਮਝ ਆਉਂਦਾ ਹੈ ਅਤੇ ਉਹਨਾਂ ਨੂੰ ਮੈਂ ਉਹਨਾਂ ਦੇ ਡਰੀਮਸ ਫੁਲਫਿਲ ਕਰ ਸਕਦਾ। ਤਾਂ ਮੈਂ ਇਕੱਲੇ ਆਪਣੇ ਡਰੀਮਸ ਫੁਲਫਿਲ ਕਰਦਾ ਜੇ ਮੈਂ ਇਕੱਲਾ ਰਹਿ ਜਾਂਦਾ ਉੱਥੇ। ਹੁਣ ਮੈਂ ਕਿੰਨਿਆਂ ਬੱਚਿਆਂ ਦੇ ਡਰੀਮਸ ਫੁਲਫਿਲ ਕਰ ਸਕਦਾ ਬਾਹਰ ਵੇਚ ਕੇ, ਤਾਂ ਮੇਰੀ ਖੁਸ਼ੀ ਤਾਂ ਵੱਧਣੀ ਹੈ, ਘਟਣੀ ਨਹੀਂ ਹੈ। ਇਸ ਲਈ ਮੈਂ ਖੁਸ਼ ਹਾਂ ਲਾਈਫ ਵਿੱਚ, ਮੈਨੂੰ ਬਹੁਤ ਚੰਗਾ ਲੱਗਦਾ ਅਤੇ ਆਈ ਐਮ ਵੈਰੀ ਹੈਪੀ ਵਿਦ ਦਿਸ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਗੱਲ ਅਸੀਂ ਕਰ ਰਹੇ ਸੀਗੇ ਡਾਕਟਰ ਕਿਰਨਪ੍ਰੀਤ ਕੌਰ ਮੱਕੜ ਦੇ ਨਾਲ। ਸੋ ਇਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਪੂਰੀ ਫੈਮਿਲੀ ਜਿਹੜੀ ਹੈ ਅੱਜ ਉਹ ਇਸ ਇੱਕ ਤਰ੍ਹਾਂ ਦੇ ਨਾਲ ਹੌਬੀ ਬਣਾ ਲਿਆ ਉਹਨਾਂ ਨੇ, ਜਿਹੜਾ ਕੋਚਿੰਗ ਦਿੰਦੇ ਨੇ ਆਇਲਸ ਦੀ, ਅਤੇ ਕਿਸੇ ਵੇਲੇ ਡਾਕਟਰ ਸੀਗੇ, ਅਤੇ ਉਸ ਤੋਂ ਬਾਅਦ ਅੱਜ ਜਿਹੜੀ ਇਸ ਹੌਬੀ ਨੂੰ ਬੜੇ ਵਧੀਆ ਢੰਗ ਦੇ ਨਾਲ ਉਹ ਨਿਭਾ ਰਹੇ ਨੇ, ਅਤੇ ਕਾਫੀ ਬੱਚਿਆਂ ਦੀ ਜਿਹੜੀ ਹੈਲਪ ਹੈ ਉਹ ਵੀ ਕਰ ਰਹੇ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।